ਹੈਲੋ एवरीवन ਅਸੀਂ ਐਨਾਲਿਸਿਸ ਸੈਕਿੰਡ ਦੀ ਇੱਕ ਲੈਕਚਰ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਪੜ੍ਹਾਂਗੇ ਪਹਿਲਾ ਚੈਪਟਰ ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ। ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ ਕਰਨ ਤੋਂ ਪਹਿਲਾਂ ਵਜੇ ਬਾਊਂਡਡ ਵੇਰੀਏਸ਼ਨ ਨੂੰ ਸਮਝਣ ਤੋਂ ਪਹਿਲਾਂ ਸਾਡੇ ਕੁਝ ਡੈਫੀਨੇਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ ਨੇ ਜੋ ਇਹਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ। ਜਾਂ ਇਹ ਕਹਿ ਲਓ ਕਿ ਜਿਵੇਂ ਸਾਡੇ ਕੋਲ ਕੋਈ ਵੀ ਇਮਾਰਤ ਆ ਉਹਦੇ ਲਈ ਸਾਨੂੰ ਨੀਂਹ ਦੀ ਮਜ਼ਬੂਤ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਜੇ ਅਸੀਂ ਬਾਊਂਡਡ ਵੇਰੀਏਸ਼ਨ ਨੂੰ ਸਮਝਣਾ ਤਾਂ ਕੁਝ ਟਰਮ ਸਾਡੇ ਕਲੀਅਰ ਹੋਣੀਆਂ ਚਾਹੀਦੀਆਂ ਨੇ। ਜਿਵੇਂ ਕਿ ਫਸਟ ਟਰਮ ਆ ਵਜੇ ਸਾਡੇ ਕੋਲ ਫਸਟ ਟਰਮ ਹੈ ਪਾਰਟੀਸ਼ਨ। ਸਾਨੂੰ ਪਹਿਲਾਂ ਪਾਰਟੀਸ਼ਨ ਕਲੀਅਰ ਹੋਣੀ ਚਾਹੀਦੀ ਆ, ਫਿਰ ਮੋਨੋਟੋਨ ਇਨਕਰੀਜ਼ਿੰਗ ਡਿਕਰੀਜ਼ਿੰਗ ਕੁਝ ਇਹੋ ਜਿਹੇ ਕੰਸੈਪਟ ਸਾਡੇ ਕੋਲ ਕਲੀਅਰ ਹੋਣੇ ਚਾਹੀਦੇ ਨੇ। ਪਹਿਲਾਂ ਕਰਦੇ ਹਾਂ ਬੱਚੇ ਪਾਰਟੀਸ਼ਨ। ਪਾਰਟੀਸ਼ਨ ਕੀ ਹੁੰਦੀ ਹੈ ਕਿਸੇ ਨੂੰ ਵੰਡਣਾ। ਸੋ ਇੱਥੇ ਵੀ ਅਸੀਂ ਕੀ ਲੈ ਕੇ ਚੱਲਾਂਗੇ, ਕੋਈ ਇੰਟਰਵਲ ਦੇਤਾ ਸਾਨੂੰ ਬੱਚੇ, ਕੋਈ ਵੀ ਇੰਟਰਵਲ ਕਲੋਜ਼ਡ ਇੰਟਰਵਲ A to B। ਹੁਣ A to B ਇੰਟਰਵਲ ਆ, ਅਸੀਂ ਇਹਦੀ ਪਾਰਟੀਸ਼ਨ ਕਰਨੀ ਹੈ, ਇਹਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਨਾ। ਤਾਂ ਕੀ ਕਰਾਂਗੇ ਅਸੀਂ, ਕਿਆ ਕਹਿੰਦੇ ਕੋਈ ਇੱਕ ਪੁਆਇੰਟ ਲੈ ਲਿਆ x0, ਮੰਨ ਲਿਆ ਬੱਚੇ ਇਹ x0 A ਦੇ ਹੀ ਇਕੁਅਲ ਆ, ਫਿਰ ਇੱਕ ਪੁਆਇੰਟ ਲਿਆ x1, ਫਿਰ ਕੋਈ ਪੁਆਇੰਟ ਲਿਆ x2 x3, ਇਸੇ ਤਰ੍ਹਾਂ ਕਰਦੇ ਕਰਦੇ ਅਸੀਂ xn ਤੱਕ ਚਲੇ ਗਏ ਜਿਹਦੇ ਇਕੁਅਲ ਨੂੰ ਮੰਨ ਲਿਆ b। ਕਹਿੰਦਾ ਕਿਸ ਤਰ੍ਹਾਂ ਦੇ ਲੈਣੇ ਕਿ x0 x1 ਤੋਂ ਛੋਟਾ, x1 x2 ਤੋਂ ਛੋਟਾ, x2 x3 ਤੋਂ ਛੋਟਾ ਅਪ ਟੂ ਸੋ ਔਨ xn। ਤਾਂ ਹੁਣ ਜਿਹੜੀ ਆ ਅਸੀਂ ਨੇ ਛੋਟੇ ਛੋਟੇ ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕੀਤਾ, ਇਹ ਵੰਡਿਆ ਵਜੇ ਇਹ ਜਿਹੜੇ ਇਹਦੇ ਪੁਆਇੰਟਸ ਇਹਦੇ ਵਿੱਚੋਂ ਲੈਣੇ ਇਹੀ ਨੂੰ ਹੀ ਇਹਦੀ ਪਾਰਟੀਸ਼ਨ ਬੋਲਿਆ ਜਾਂਦਾ। ਹੁਣ ਐਗਜ਼ਾਮਪਲ ਦੇਖੀਏ ਹੋਰ ਕੋਈ, ਜਿਵੇਂ 1 ਤੋਂ 2 ਦਾ ਇੰਟਰਵਲ ਦਿੱਤਾ ਹੋਇਆ ਵਜੇ 1 ਤੋਂ 2 ਨੂੰ ਅਸੀਂ ਨੇ ਛੋਟੇ ਛੋਟੇ ਪਾਰਟਸ ਡਿਵਾਈਡ ਕਰਨਾ। ਕਿੰਨੇ ਤਰੀਕੇ ਹੋ ਸਕਦੇ ਵਜੇ, ਮੈਂ ਇਹ ਲਿਖ ਸਕਦੀ ਹਾਂ 1, ਫਿਰ 1.20, ਫਿਰ 1.40, ਫਿਰ 1.60, ਫਿਰ ਲਿਖ ਸਕਦੇ ਹਾਂ 1.80, ਫਿਰ ਉਸ ਤੋਂ ਬਾਅਦ 2, ਜਾਂ ਇਹ ਵੀ ਤਾਂ ਲਿਖ ਸਕਦੇ ਹਾਂ 1.25 1.50 1.75, ਉਸ ਤੋਂ ਬਾਅਦ ਕੀ ਲਿਖ ਸਕਦੇ ਹਾਂ ਅਸੀਂ 2 ਲਿਖ ਸਕਦੇ ਹਾਂ। ਇਹ ਵੀ ਹੋ ਸਕਦਾ 1, ਫਿਰ 1.05, ਫਿਰ 1.110, ਫਿਰ 1.15 ਅਪ ਟੂ ਸੋ ਔਨ। ਹੁਣ ਇੱਕੋ ਹੀ ਇੰਟਰਵਲ ਨੂੰ ਅਸੀਂ ਕਿੰਨੇ ਤਰੀਕਿਆਂ ਦੇ ਨਾਲ ਛੋਟੇ ਤੋਂ ਛੋਟਾ ਬ੍ਰੇਕ ਕਰ ਸਕਦੇ ਹਾਂ। ਤਾਂ ਇੱਕ ਇੰਟਰਵਲ ਦੀਆਂ ਵਿੱਚ ਬਹੁਤ ਸਾਰੀਆਂ ਪਾਰਟੀਸ਼ਨਸ ਹੋ ਸਕਦੀਆਂ ਨੇ। ਇਹ ਸਾਰੀਆਂ ਹੀ ਕਿਨੇ ਦੀਆਂ ਪਾਰਟੀਸ਼ਨਸ। ਪਾਰਟੀਸ਼ਨਸ ਕੀ ਹੁੰਦੀ ਆ, ਕਹਿੰਦੇ ਕੋਈ ਵੀ ਇੰਟਰਵਲ ਦਿੱਤਾ ਹੋਇਆ ਉਹਨੂੰ ਛੋਟੇ ਤੋਂ ਛੋਟਾ ਅਸੀਂ ਜਦੋਂ ਡਿਵਾਈਡ ਕਰਕੇ ਲਿਖਦੇ ਨੇ, ਛੋਟੇ ਤੋਂ ਛੋਟੇ ਪਾਰਟ ਬਣਾ ਕੇ ਲਿਖਦੇ ਨੇ, ਉਹਨੂੰ ਕੀ ਬੋਲਿਆ ਜਾਂਦਾ, ਸਾਡੇ ਕੋਲ ਪਾਰਟੀਸ਼ਨ ਬੋਲਿਆ ਜਾਂਦਾ। ਹੁਣ ਇਹਨਾਂ ਪਾਰਟੀਸ਼ਨਸ ਦੇ ਵਿੱਚ ਵੀ ਇੱਕ ਗੱਲ ਕਾਮਨ ਹੋਏਗੀ ਬੱਚੇ, ਉਹ ਗੱਲ ਕੀ ਹੋਏਗੀ, ਕਹਿੰਦੇ ਜਦੋਂ ਤੁਸੀਂ ਕੋਈ ਪਾਰਟੀਸ਼ਨ ਕਰਦੀ ਆ, ਮੰਨ ਲਓ ਆਹੀ ਪਾਰਟੀਸ਼ਨ ਕੀਤੀ ਅਸੀਂ ਫਸਟ ਪਾਰਟੀਸ਼ਨ, ਇਹਦੇ ਅੱਗੇ ਸਬ ਇੰਟਰਵਲ ਬਣਾ ਸਕਦੇ ਹਾਂ ਬੱਚੇ। ਸਬ ਇੰਟਰਵਲ ਕੀ ਆ, ਜਿਵੇਂ ਪਹਿਲਾ ਇੰਟਰਵਲ ਬਣ ਜਾਏਗਾ 1 ਤੋਂ ਲੈ ਕੇ 1.20 ਤੱਕ, ਫਿਰ ਦੂਸਰਾ ਇੰਟਰਵਲ ਬਣ ਜਾਏਗਾ 1.40 ਤੋਂ ਲੈ ਕੇ 1.20 ਤੱਕ, 1.20 ਤੋਂ ਲੈ ਕੇ ਪਹਿਲਾਂ 1 ਤੋਂ ਲੈ ਕੇ 1.20 ਸੀ, ਫਿਰ ਅਗਲਾ ਇੰਟਰਵਲ 1.20 ਤੋਂ ਲੈ ਕੇ 1.40 ਤੱਕ, ਫਿਰ ਅਗਲਾ 1.40 ਤੋਂ 60 ਤੱਕ। ਇਹ ਸਭ ਇੰਟਰਵਲਸ ਹੋ ਗਏ। ਹਰ ਸਬ ਇੰਟਰਵਲ ਦੀ ਕੁਛ ਨਾ ਕੁਛ ਲੈਂਥ ਹੋਏਗੀ। ਲੈਂਥ ਮਤਲਬ ਉਹ 'ਚ ਕਿੰਨੇ ਦਾ ਡਿਫਰੈਂਸ ਅਸੀਂ ਲੈ ਕੇ ਚੱਲੇ। ਜਿਵੇਂ ਹੁਣ ਇਹਦੇ ਵਿੱਚ ਕਿੰਨੇ ਦਾ ਡਿਫਰੈਂਸ ਹੈ 0.20, ਅਗਲੇ ਦੇ ਵਿੱਚ ਕੀ ਹੈ ਡਿਫਰੈਂਸ 0.20। ਹੁਣ ਹਰੇਕ ਇਹ ਸਬ ਇੰਟਰਵਲ ਨੂੰ ਜਿੰਨੇ ਵੀ ਵਿੱਚ ਇਹਦੇ ਸਬ ਇੰਟਰਵਲਸ ਆਉਣਗੇ ਤੁਸੀਂ ਸਾਰਿਆਂ ਦੀ ਲੈਂਥ ਫਾਈਂਡ ਕਰ ਲਈ। ਹੁਣ ਇਹਨਾਂ ਸਾਰੀਆਂ ਦਾ ਲੈਂਥ ਦਾ ਸਮ ਮਤਲਬ ਕਿ ਜਦੋਂ 0.20 ਕਿੰਨੀ ਵਾਰੀ ਹੋਊਗਾ ਬੱਚੇ, ਪਹਿਲਾ ਇੰਟਰਵਲ, ਦੂਸਰਾ ਇੰਟਰਵਲ, ਤੀਸਰਾ ਇੰਟਰਵਲ, ਸਾਡੇ ਕੋਲ ਚੌਥਾ ਇੰਟਰਵਲ, 5 ਇੰਟਰਵਲ, 5 ਵਾਰੀ ਬਣੂਗਾ 0.20 ਲਿਖਣਾ। 0.20 ਨੂੰ 5 ਨਾਲ ਮਲਟੀਪਲਾਈ ਕੀਤੀ, ਆਨਸਰ ਕੀ ਆ ਜਾਏਗਾ 1। ਇਸ ਦਾ ਮਤਲਬ ਇਹਨਾਂ ਸਾਰਿਆਂ ਸਬ ਇੰਟਰਵਲ ਦੀ ਲੈਂਥ ਦਾ ਸਮ ਕਿਹਦੇ ਇਕੁਅਲ ਆ, 1 ਦੇ ਇਕੁਅਲ ਆ। ਪਰ ਇਹ 1 ਹੈ ਕਿਸੇ ਵਜੇ ਦੇਖੋਗੇ, ਜੋ ਅਸੀਂ ਇੰਟਰਵਲ ਬਣਾਇਆ ਸੀ 1 ਤੋਂ ਲੈ ਕੇ 2 ਜੋ ਸਾਨੂੰ ਦਿੱਤਾ ਹੋਇਆ ਸੀ, ਇਹਦੀ ਲੈਂਥ ਵੀ ਕੀ ਸੀਗੀ 1। ਸੋ ਜੋ ਵੀ ਪਾਰਟੀਸ਼ਨ ਕਰੋਗੇ, ਪਾਰਟੀਸ਼ਨ ਦੇ ਸਬ ਇੰਟਰਵਲ ਦੀ ਲੈਂਥ ਫਾਈਂਡ ਕਰੋਗੇ, ਉਸ ਲੈਂਥ ਦਾ ਸਮ ਫਾਈਂਡ ਕਰੋਗੇ, ਉਹ ਕਿਹਦੇ ਇਕੁਅਲ ਹੀ ਹੁੰਦਾ, ਸਾਡੇ ਕੋਲ ਉਸ ਇੰਟਰਵਲ ਦੀ ਲੈਂਥ ਦੇ ਇਕੁਅਲ ਹੀ ਹੁੰਦਾ ਜਿਹਦੀ ਅਸੀਂ ਨੇ ਪਾਰਟੀਸ਼ਨ ਕੀਤੀ ਆ। ਸੋ ਅਸੀਂ ਇੱਕ ਜਨਰਲ ਫਾਰਮੂਲਾ ਇਹ ਤੋਂ ਅਸੀਂ ਡਰਾਈਵ ਕਰਕੇ ਲਿਖ ਸਕਦੇ ਹਾਂ ਕਿ ਜੇਕਰ ਅਸੀਂ ਕੋਈ ਪਾਰਟੀਸ਼ਨ ਕਰ ਰਹੇ ਹਾਂ, ਜਦੋਂ ਅਸੀਂ ਕੋਈ ਪਾਰਟੀਸ਼ਨ ਕਰ ਰਹੇ ਹਾਂ ਤਾਂ ਜਿਵੇਂ A ਤੋਂ ਲੈ ਕੇ ਅਸੀਂ x0 x1 ਇਹਦੀ ਪਾਰਟੀਸ਼ਨ, ਇਹਨੂੰ ਅਸੀਂ ਕਿਹਾ ਡੈਲ ਆਫ ਐਕਸ ਕੇ। ਡੈਲ ਐਕਸ ਕੇ ਦਾ ਮਤਲਬ ਇਹਦੀ ਲੈਂਥ, ਅਤੇ ਇਹਨਾਂ ਸਾਰਿਆਂ ਡੈਲ ਐਕਸ ਕੇ ਦਾ ਸਮ ਕਿਹਦੇ ਇਕੁਅਲ ਹੋਏਗਾ, B ਮਾਈਨਸ A ਦੇ ਹੀ ਇਕੁਅਲ ਹੋਏਗਾ। ਇੰਟਰਵਲ B ਮਾਈਨਸ A ਦੀ ਲੈਂਥ ਦੇ ਹੀ ਇਕੁਅਲ ਹੋਏਗਾ। ਇਹ ਸੀ ਕਿ ਪਾਰਟੀਸ਼ਨ ਤੋਂ ਬਾਅਦ ਆਉਂਦਾ ਬੱਚੇ ਮੋਨੋਟੋਨ ਫੰਕਸ਼ਨ। ਮੋਨੋਟੋਨ ਫੰਕਸ਼ਨ ਕੀ ਹੁੰਦਾ, ਉਹ ਫੰਕਸ਼ਨ ਜੋ ਜਾਂ ਤਾਂ ਇਨਕਰੀਜ਼ਿੰਗ ਹੋਵੇ ਜਾਂ ਡਿਕਰੀਜ਼ਿੰਗ ਹੋਵੇ, ਉਹਨੂੰ ਕੀ ਬੋਲਿਆ ਜਾਂਦਾ, ਮੋਨੋਟੋਨ ਫੰਕਸ਼ਨ। ਹੁਣ ਜਿਹੜਾ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਨੂੰ ਅਸੀਂ ਕਿਵੇਂ ਚੈੱਕ ਕਰਨਾ ਬੱਚੇ, ਇਨਕਰੀਜ਼ਿੰਗ ਫੰਕਸ਼ਨ ਆ ਡਿਕਰੀਜ਼ਿੰਗ ਫੰਕਸ਼ਨ ਆ। ਕਹਿੰਦੇ ਮੰਨ ਲਓ ਇੱਕ ਹੀ ਇੰਟਰਵਲ ਆ, ਜਿਵੇਂ ਇਹੀ ਸੇਮ ਇੰਟਰਵਲ ਫੰਕਸ਼ਨ A to B ਤੇ ਡਿਫਾਈਨ ਆ, ਅਸੀਂ ਇਹਦੀ ਪਾਰਟੀਸ਼ਨ ਕੀਤੀ x0 x1 x2 ਅਪ ਟੂ ਸੋ ਔਨ x ऑफ n तक। किस तरह की x0 x1 तो छोटा, x1 x2 तो छोटा, अप टू सो ऑन xn तो छोटा।
ਜਦੋਂ ਇਹ ਪੁਆਇੰਟ ਫੰਕਸ਼ਨ 'ਚ ਭਰਿਆ ਬੱਚੇ fx0 ਆਈ ਵੈਲਿਊ, fx1 ਆਈ, fx2 ਆਈ ਅਪ ਟੂ ਸੋ ਔਨ xn n ਤੱਕ ਆਈ। ਜੇ ਇਹ ਵੀ ਲੈਸ ਦੈਨ ਦੀ ਫਾਰਮ 'ਚ ਨੇ ਬੱਚੇ, ਸਾਰੇ ਸਿੰਬਲ ਲੈਸ ਦੈਨ ਦੀ ਫਾਰਮ 'ਚ ਨੇ ਤਾਂ ਫੰਕਸ਼ਨ ਕੀ ਹੋਏਗਾ ਇਨਕਰੀਜ਼ਿੰਗ। ਜੇ ਉੱਪਰ ਲੈਸ ਤਾਂ ਸਾਰੇ x2 x0 x1 ਤੋਂ ਛੋਟਾ, x1 x2 ਤੋਂ ਛੋਟਾ ਇਸ ਤਰ੍ਹਾਂ ਜਾ ਰਹੇ ਨੇ ਅਤੇ ਫੰਕਸ਼ਨ ਵੀ ਉਸ ਤੋਂ ਬਾਅਦ ਇਸੇ ਫਾਰਮ 'ਚ ਰਹਿ ਰਿਹਾ, ਇਕੁਐਲਿਟੀ ਸਿੰਬਲ ਸੇਮ ਰੱਖ ਰਿਹਾ ਤਾਂ ਉੱਥੇ ਹੋਊਗਾ ਇਨਕਰੀਜ਼ਿੰਗ। ਫੋਰ ਐਗਜ਼ਾਮਪਲ ਜਦੋਂ ਅਸੀਂ x ਨੂੰ ਬੱਚੇ x ਸਕੇਅਰ ਡਿਫਾਈਨ ਕਰਦੇ ਹਾਂ, ਜੇ x ਨੂੰ 1 ਭਰਿਆ ਆਂਸਰ 1, 2 ਭਰਿਆ ਆਂਸਰ 4, 3 ਭਰਿਆ ਆਂਸਰ 9। ਹੁਣ ਇੱਧਰੋਂ ਜੇ 1 2 3 ਇਨਕਰੀਜ਼ ਹੁੰਦੇ ਜਾ ਰਹੇ ਨੇ ਤਾਂ ਉਹਨਾਂ ਦੇ ਆਂਸਰ ਵੀ ਕਿਸ ਫਾਰਮੈਟ 'ਚ ਨੇ, ਇਨਕਰੀਜ਼ਿੰਗ ਫਾਰਮੈਟ 'ਚ ਨੇ, ਤਾਂ ਇਹ ਫੰਕਸ਼ਨ ਕੀ ਹੋਊਗਾ ਇਨਕਰੀਜ਼ਿੰਗ ਹੋਊਗਾ। ਮੰਨ ਲਓ ਇੱਥੇ ਸਾਨੂੰ ਫੰਕਸ਼ਨ ਬੱਚੇ 1/x ਦੇ ਸਕੇਅਰ ਦਿੱਤਾ ਹੁੰਦਾ, ਫਿਰ 1/4, 1/9, 1/16। ਹੁਣ ਜਿਵੇਂ ਜਿਵੇਂ ਅੱਗੇ ਜਾ ਰਹੇ ਹੋ ਫੰਕਸ਼ਨ ਤਾਂ ਛੋਟਾ ਹੋਈ ਜਾ ਰਿਹਾ ਫੰਕਸ਼ਨ ਦੀ ਵੈਲਿਊ, ਪਰ ਜਿਹੜੀਆਂ ਵੈਲਿਊਜ਼ ਤੁਸੀਂ ਇਨਪੁਟ 'ਚ ਦੇ ਰਹੇ ਹੋ ਉਹ ਵੱਡੀਆਂ ਨੇ। ਜਦੋਂ ਫੰਕਸ਼ਨ ਬਿਹੇਵ ਉਲਟਾ ਕਰੇ, ਮਤਲਬ ਅਸੀਂ ਵੈਲਿਊ ਤਾਂ ਇਨਕਰੀਜ਼ਿੰਗ ਦੇ ਰਹੇ ਹਾਂ ਬਟ ਆਂਸਰ ਉਹਦੇ ਡਿਕਰੀਜ਼ਿੰਗ ਫਾਰਮੈਟ 'ਚ ਆ ਰਹੇ ਨੇ, ਉਹ ਕੀ ਹੁੰਦਾ ਡਿਕਰੀਜ਼ਿੰਗ ਹੁੰਦਾ। ਸੋ ਉਹ ਫੰਕਸ਼ਨ ਜੋ ਜਾਂ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਹੋਵੇ ਉਹਨੂੰ ਕੀ ਬੋਲਦੇ ਨੇ ਅਸੀਂ, ਮੋਨੋਟੋਨ ਫੰਕਸ਼ਨ ਬੋਲਦੇ ਨੇ ਬੱਚੇ। ਆਈ ਹੋਪ ਕਲੀਅਰ ਹੋ ਗਿਆ ਹੋਏਗਾ ਕਿ ਪਾਰਟੀਸ਼ਨ ਕੀ ਹੁੰਦੀ ਆ, ਮੋਨੋਟੋਨ ਫੰਕਸ਼ਨ ਕੀ ਹੁੰਦੇ ਨੇ, ਮੋਨੋਟੋਨ ਇਨਕਰੀਜ਼ਿੰਗ ਕੀ ਹੁੰਦੇ ਨੇ, ਮੋਨੋਟੋਨ ਡਿਕਰੀਜ਼ਿੰਗ ਕੀ ਹੁੰਦੇ ਨੇ। ਅਗਲੀ ਵੈਲਿਊ ਹੈਗੀ ਬੱਚੇ, ਅਗਲੀ ਡੈਫੀਨੇਸ਼ਨ ਹੈਗੀ ਆ ਫੰਕਸ਼ਨ ਆਫ ਅ ਬਾਊਂਡਡ ਵੇਰੀਏਸ਼ਨ ਦੀ। ਪਹਿਲਾਂ ਅਸੀਂ ਰੀਡ ਕਰਦੇ ਹਾਂ ਫਿਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬੱਚੇ। ਕੀ ਕਹਿ ਰਿਹਾ, ਕਹਿੰਦਾ ਐਫ ਬੀ ਆਰ ਡਿਫਾਈਨਡ ਔਨ ਟੂ ਏ ਟੂ ਬੀ। ਐਫ ਕੋਈ ਫੰਕਸ਼ਨ ਆ ਜੋ ਕਿਸੇ ਏ ਬੀ ਇੰਟਰਵਲ ਉੱਤੇ ਡਿਫਾਈਨ ਆ। ਇਫ ਪੀ ਬੀ ਦਾ ਪਾਰਟੀਸ਼ਨ ਇਜ਼ ਦਾ ਪਾਰਟੀਸ਼ਨ ਆਫ ਏ ਟੂ ਬੀ। ਕਹਿੰਦਾ ਪੀ ਉਹਦੀ ਕੋਈ ਪਾਰਟੀਸ਼ਨ ਦੇ ਰਹੀ, ਚਲੋ ਜੀ ਠੀਕ ਆ, ਐਫ ਨੂੰ ਕੋਈ ਡਿਫਾਈਨ ਕਰਤਾ ਏ ਬੀ ਇੰਟਰਵਲ ਤੇ ਪੀ ਉਹਦੀ ਕੋਈ ਪਾਰਟੀਸ਼ਨ ਦੇ ਦੇ। ਐਂਡ ਡੈਲ ਐਫ ਕੇ ਇਜ਼ ਇਕੁਅਲ ਟੂ ਐਫ ਕੇ ਮਾਈਨਸ ਐਫ ਕੇ ਮਾਈਨਸ 1। ਇਹ ਹੋ ਗਿਆ ਬੱਚੇ ਫਾਰਵਰਡ ਡਿਫਰੈਂਸ ਟਾਈਪ ਕਹਿ ਲਓ ਕਿ ਐਫ ਕੇ ਅੱਗੇ ਦਿੱਤਾ ਹੋਇਆ ਵੀ ਇਹਦੇ ਇਕੁਅਲ ਹੋਊਗਾ। ਦੈਨ ਅਸੀਂ ਐਫ ਨੂੰ ਕਹਾਂਗੇ ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ ਫॉर ਆਲ ਦਾ ਪਾਰਟੀਸ਼ਨ, ਜਿੰਨੀਆਂ ਮਰਜ਼ੀ ਪਾਰਟੀਸ਼ਨ। ਬੱਚੇ ਜੇ ਇਹਦੇ ਲਈ ਟਰੂ ਆ ਤਾਂ ਬਾਕੀ ਪਾਰਟੀਸ਼ਨ ਲਈ ਵੀ ਇਹ ਰਿਜ਼ਲਟ ਟਰੂ ਹੋਊਗਾ। ਦੇਅਰ ਐਗਜ਼ਿਸਟ ਅ ਪੋਜ਼ੀਟਿਵ ਨੰਬਰ ਐਮ, ਕਹਿੰਦੇ ਉੱਥੇ ਹਰ ਪਾਰਟੀਸ਼ਨ ਦੇ ਲਈ ਇੱਕ ਪੋਜ਼ੀਟਿਵ ਐਮ ਐਗਜ਼ਿਸਟ ਕਰਦਾ ਹੋਊਗਾ ਸੱਚ ਦੈਟ ਕਿ ਡੈਲ ਐਫ ਕੇ ਦਾ ਸਮ ਕੀ ਆ ਉਸ ਐਮ ਤੋਂ ਕੀ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ। ਜੇਕਰ ਛੋਟਾ ਹੋ ਰਿਹਾ ਤਾਂ ਅਸੀਂ ਉਹਨੂੰ ਕੀ ਕਹਾਂਗੇ, ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ ਕਹਾਂਗੇ। ਹੁਣ ਇਹ ਡੈਫੀਨੇਸ਼ਨ ਦਾ ਬੱਚੇ ਜਿੱਥੇ ਤੱਕ ਹੋ ਸਕੇ ਉੱਪਰ ਦੀ ਜਾ ਰਿਹਾ ਕਿ ਕੀ ਕਹਿ ਗਈ ਸਾਨੂੰ ਪਤਾ ਹੀ ਨਹੀਂ ਲੱਗਿਆ। ਐਗਜ਼ਾਮਪਲ ਨਾਲ ਲਿੰਕ ਕਰਕੇ ਦੇਖੀਏ ਬੱਚੇ ਇਕੱਲੇ ਇਕੱਲੇ ਪੁਆਇੰਟ ਨੂੰ। ਕਹਿੰਦਾ ਐਫ ਨੂੰ ਡਿਫਾਈਨ ਕੀਤਾ ਹੋਇਆ ਕਿਸੇ ਏ ਬੀ ਇੰਟਰਵਲ 'ਤੇ। ਮੰਨ ਲਓ ਏ ਬੀ ਇੰਟਰਵਲ 0 ਤੋਂ 1 ਲੈ ਲਿਆ। ਕਹਿੰਦੇ 0 ਤੋਂ 1 ਤੱਕ ਰੀਅਲ ਅਤੇ ਆਂਸਰ ਆਉਣਗੇ, 0 ਤੋਂ 1 ਦੇ ਵਿੱਚ ਇਨਪੁਟ ਦੇਵਾਂਗੇ। ਕਹਿੰਦੇ 0 ਤੋਂ 1 'ਤੇ ਆਰ 'ਤੇ ਜਾਂਦੇ ਹਾਂ। ਹੁਣ ਇਹਦੀ ਕੋਈ ਪਾਰਟੀਸ਼ਨ ਜੋ ਇੰਟਰਵਲ 'ਤੇ ਡਿਫਾਈਨ ਇਹਦੀ ਪਾਰਟੀਸ਼ਨ ਲੈਣੀ ਆ, ਅਸੀਂ ਲੈ ਲਿਆ 0, ਫਿਰ ਉਸ ਤੋਂ ਬਾਅਦ 0.25, 0.50, 0.75 ਅਤੇ 1। ਬੱਚੇ ਹੁਣ ਤੁਸੀਂ ਕਹੋਗੇ ਕਿ ਇਹੀ ਪਾਰਟੀਸ਼ਨ ਲੈਣੀ ਜ਼ਰੂਰੀ ਹੈ, ਮੈਂ ਕਹੂੰਗੀ ਨਹੀਂ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਪਾਰਟੀਸ਼ਨ ਲੈ ਸਕਦੇ ਹੋ। 0 ਤੋਂ 0.2 ਲੈ ਸਕਦੇ ਹੋ, 4 ਲੈ ਸਕਦੇ ਹੋ, ਫਿਰ 6, ਫਿਰ 7, 8 ਆਪਣੀ ਅਕੋਰਡਿੰਗ ਕੋਈ ਵੀ ਪਾਰਟੀਸ਼ਨ ਅਸੀਂ ਟੇਕ ਕਰ ਸਕਦੇ ਹਾਂ। ਪਾਰਟੀਸ਼ਨ ਲਈ ਹੁਣ ਕੀ ਕਹਿ ਰਿਹਾ ਬੱਚੇ, ਉਸ ਪਾਰਟੀਸ਼ਨ ਦੇ ਇਕੱਲੇ ਇਕੱਲੇ ਪੁਆਇੰਟ 'ਤੇ ਅਸੀਂ ਫੰਕਸ਼ਨ ਦੀ ਵੈਲਿਊ ਦੇਖਣੀ ਆ। ਚਲੋ ਜੀ ਫੰਕਸ਼ਨ ਦੀ ਵੈਲਿਊ ਦੇਖ ਲੈਂਦੇ ਹਾਂ। 0 'ਤੇ ਵੈਲਿਊ ਕਿੰਨੀ ਹੋਊਗੀ, 0, ਕਿਉਂਕਿ ਫੰਕਸ਼ਨ ਕੀ ਡਿਫਾਈਨ ਹੈ ਬੱਚੇ, ਐਕਸ, ਐਫ ਐਕਸ ਇਕੁਅਲ ਟੂ ਐਕਸ ਸਕੇਅਰ। ਜੇ ਆਂਸਰ ਅਸੀਂ ਇਨਪੁਟ 0 ਦੇ ਰਹੇ ਹਾਂ ਤਾਂ ਆਂਸਰ ਕੀ ਆਊਗਾ, 0 ਦੀ ਸਕੇਅਰ 0। ਫਿਰ ਅੱਗੇ 0.25 ਪਿੱਟ ਕੀਤਾ, 2.5 ਪੁੱਟ ਕਰਨ 'ਤੇ ਬੱਚੇ ਫੰਕਸ਼ਨ ਕੀ ਹੋਊਗਾ, ਐਕਸ ਦੀ ਸਕੇਅਰ ਆ ਜਾਣਾ ਸੀਗਾ, 0.25 ਦੀ ਕੀ ਕਰ ਦੇਗਾ ਉਹ ਸਕੇਅਰ, ਆਂਸਰ ਆ ਜਾਏਗਾ। ਫਿਰ ਫਿਲ ਕਰਾਂਗੇ ਫੰਕਸ਼ਨ ਨੂੰ 0.5 ਆਂਸਰ ਆਊਗਾ। ਫਿਰ 7.5 ਪੁੱਟ ਕਰਾਂਗੇ, ਆਂਸਰ ਆਊਗਾ। 1 ਪੁੱਟ ਕਰਾਂਗੇ ਤਾਂ ਸਾਡੇ ਕੋਲ ਆਂਸਰ ਆਊਗਾ। ਸੋ ਅਸੀਂ ਨੇ ਕੀ ਕੀਤਾ, ਕਹਿੰਦੇ ਫੰਕਸ਼ਨ ਜਿਹੜਾ ਪਾਰਟੀਸ਼ਨ ਕੀਤੀ ਹੋਈ ਸੀ ਉਹਨੂੰ ਅਸੀਂ ਨੇ ਕੀ ਕਰ ਲਿਆ, ਡਿਵਾਈਡ, ਜਿਹੜੀ ਵੈਲਿਊ ਸੀਗੀਆਂ ਉਹ ਫਿਰ ਸਬਸਟੀਟਿਊਟ ਕਰ ਰਹੇ ਹਾਂ। ਸਬਸਟੀਟਿਊਟ ਕਰਨ ਤੋਂ ਬਾਅਦ ਬੱਚੇ ਆਂਸਰ ਕੱਢ ਲਿਆ। ਹੁਣ ਕੀ ਕਹਿੰਦਾ, ਇਹ ਤਾਂ ਹੋ ਗਿਆ। ਅੱਗੇ ਜਿਹੜਾ ਉਹਨੇ ਆਹ ਲਿਖਿਆ ਹੋਇਆ ਬੱਚੇ ਡੈਲ ਆਫ ਐਫ ਕੇ, ਇਹਦਾ ਮੀਨਿੰਗ ਕੀ ਆ। ਕਹਿੰਦਾ ਡੈਲ ਐਫ ਕੇ ਦਾ ਮਤਲਬ ਤੁਸੀਂ ਜੇ ਇਹਦੇ ਇੰਟਰਵਲਸ ਬਣਾਓਗੇ, ਦੇਖੋ ਪਹਿਲਾ ਇੰਟਰਵਲ ਕੀ ਬਣੂਗਾ 0 ਤੋਂ ਲੈ ਕੇ 0.2, दूसरा इंटरवल की बनेगा 0.25 तो लेके 0.5, फिर अगला इंटरवल की बनेगा 0.5 तो लेके 0.75, फिर अगला इंटरवल की बनेगा 0.75 तो लेके 1। ਇਹ ਸਭ ਇੰਟਰਵਲਸ ਬਣਾਏ। ਕਹਿੰਦਾ ਜਿਹੜੇ ਸਭ ਇੰਟਰਵਲਸ ਬਣਾਏ ਨੇ ਉਹਨਾਂ ਦੇ ਵਿੱਚ ਜਿਹੜੇ ਅਸੀਂ ਨੇ ਵਿੱਚ ਆਹ ਮਾਈਨਸ ਡੈਲ ਐਫ ਕੇ ਫਾਈਂਡ ਕਰਨਾ। ਡੈਲ ਐਫ ਕੇ ਮਤਲਬ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 0.25 ਮਾਈਨਸ ਐਫ ਆਫ 0। ਇਹੀ ਕਰਾਂਗੇ ਬੱਚੇ। ਕਹਿੰਦਾ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 0.5 ਮਾਈਨਸ ਐਫ ਆਫ 0, ਫਿਰ ਪਲੱਸ, ਕਿਉਂਕਿ ਇੱਥੇ ਸਮੀਸ਼ਨ ਆ ਮੂਰੇ ਲੱਗਿਆ ਹੋਇਆ, ਫਿਰ ਪਲੱਸ ਐਫ ਆਫ ਅਗਲਾ ਇੰਟਰਵਲ ਕੀ ਹੈ ਬੱਚੇ 0.5 ਮਾਈਨਸ ਆਫ ਐਫ ਦੀ ਵੈਲਿਊ 0.25, ਅਗਲਾ ਇੰਟਰਵਲ ਫਿਰ ਪਲੱਸ ਦਾ ਸਿੰਬਲ। ਅਗਲਾ ਇੰਟਰਵਲ ਕੀ ਹੈ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 0.75 ਮਾਈਨਸ ਫੰਕਸ਼ਨ ਦੀ ਵੈਲਿਊ ਐਟ ਅ 0.5, ਫਿਰ ਪਲੱਸ ਦਾ ਸਿੰਬਲ। ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 1 ਮਾਈਨਸ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ 0.75। ਹੁਣ ਜਿਹੜੀਆਂ ਵੈਲਿਊਜ਼ ਨੇ ਬੱਚੇ ਉਹ ਇੱਥੇ ਸਬਸਟੀਟਿਊਟ ਕੀਤੀਆਂ।
ਸਬਸਟੀਟਿਊਟ ਕਰਨ ਤੋਂ ਬਾਅਦ ਅਸੀਂ ਆਹ ਸਿੰਬਲ ਆ ਜਿਹੜੇ ਓਪਨ ਕੀਤੇ, ਮਾਈਨਸ ਕਰਨ ਤੋਂ ਬਾਅਦ ਐਡੀਸ਼ਨ ਕੀਤੀ, ਐਡੀਸ਼ਨ ਕਰਕੇ ਇਹਦਾ ਆਨਸਰ ਕੀ ਹੁੰਦਾ 1। ਹੁਣ ਦੇਖੋ ਕਹਿੰਦਾ ਡੈਲ ਫਾਈਂਡ ਕਰੋ, ਉਹਦਾ ਸਮ ਫਾਈਂਡ ਕਰੋ, ਡੈਲ ਵੀ ਫਾਈਂਡ ਕਰ ਲਿਆ, ਉਹਨਾਂ ਦਾ ਸਮ ਵੀ ਫਾਈਂਡ ਕਰ ਲਿਆ। ਕਹਿੰਦਾ ਕੀ ਉਹਦੇ ਲਈ ਕੋਈ ਐਮ ਐਗਜ਼ਿਸਟ ਕਰ ਰਿਹਾ, ਕੋਈ ਪੋਜ਼ੀਟਿਵ ਇੰਟੀਜ਼ਰ ਐਗਜ਼ਿਸਟ ਕਰ ਰਿਹਾ ਜਿੱਥੋਂ ਸਾਰੀਆਂ ਵੈਲਿਊਜ਼ ਛੋਟੀਆਂ ਹੋਣਗੀਆਂ। ਦੇਖੋ ਇੱਥੇ 1 ਆ ਗਿਆ ਬੱਚੇ, 1 ਦੇ ਲਈ ਤਾਂ 2 ਵੀ ਐਗਜ਼ਿਸਟ ਕਰ ਰਿਹਾ, 3 ਵੀ ਐਗਜ਼ਿਸਟ ਕਰ ਰਿਹਾ, 4 ਵੀ। ਇਸ ਦਾ ਮਤਲਬ 1 ਤੋਂ ਵੱਡਾ ਕੋਈ ਵੀ ਪੋਜ਼ੀਟਿਵ ਇੰਟੀਜ਼ਰ ਅਸੀਂ ਲੈ ਸਕਦੇ ਹਾਂ, ਪੋਜ਼ੀਟਿਵ ਨੰਬਰ ਅਸੀਂ ਟੇਕ ਕਰ ਸਕਦੇ ਹਾਂ। ਜੇ ਇਹੋ ਜਿਹਾ ਪੋਜ਼ੀਟਿਵ ਨੰਬਰ ਟੇਕ ਕਰ ਸਕਦੇ, ਇਹ ਤਾਂ ਸਿੰਪਲੀ ਬੱਚੇ ਮੈਂ ਇਸ ਪਾਰਟੀਸ਼ਨ ਲਈ ਕਰਿਆ, ਤੁਸੀਂ ਇਹਦੀ ਥਾਂ 'ਤੇ ਕੋਈ ਹੋਰ ਪਾਰਟੀਸ਼ਨ ਲੈ ਕੇ ਵੀ ਸੋਲਵ ਕਰਕੇ ਦੇਖ ਸਕਦੇ ਹੋ। ਉਹ ਜਿਵੇਂ ਕਿ 2 5 ਅਸੀਂ ਕਿਹਾ ਡਿਫਰੈਂਸ 0.2 ਦਾ ਲੈ ਲਓ, 2 ਦਾ ਨਹੀਂ ਲੈਣਾ ਹੈਗਾ ਬੱਚੇ, ਇਕੱਲਾ 5 ਪੁਆਇੰਟ ਦਾ ਲੈ ਲਓ, ਪੁਆਇੰਟ 0.01 ਲੈ ਲਓ। ਕਿੰਨੀਆਂ ਪਾਰਟੀਸ਼ਨਸ ਅਸੀਂ ਕਰ ਸਕਦੇ ਹਾਂ। ਕਹਿੰਦੇ ਸਾਰਿਆਂ ਦੇ ਲਈ ਇਹੀ ਰਿਜ਼ਲਟ ਹੋਲਡ ਕਰੂ, ਉਹਨਾਂ ਸਾਰਿਆਂ ਦਾ ਜਦੋਂ ਸਮ ਕਰਾਂਗੇ ਉਹ ਲੈਸ ਦੈਨ ਸਮ ਕੌਂਸਟੈਂਟ, ਉਹਦੇ ਲਈ ਕੋਈ ਕੌਂਸਟੈਂਟ ਐਗਜ਼ਿਸਟ ਕਰਦਾ ਹੋਏਗਾ ਤਾਂ ਇਸ ਨੂੰ ਅਸੀਂ ਕੀ ਬੋਲਾਂਗੇ, ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ। ਆਈ ਹੋਪ ਕਲੀਅਰ ਹੋ ਗਿਆ ਹੋਏਗਾ। ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ ਕੀ ਹੁੰਦਾ, ਕਹਿੰਦੇ ਕੋਈ ਪਾਰਟੀਸ਼ਨ ਲਈ ਆ P, ਉਹਦੇ ਇੱਕ ਫੰਕਸ਼ਨ ਡਿਫਾਈਨ ਆ ਕਿਸੇ ਕਲੋਜ਼ਡ ਇੰਟਰਵਲ ਤੋਂ ਲੈ ਕੇ PR ਤੱਕ, ਫਿਰ ਉਸ ਜਿਹੜਾ ਫੰਕਸ਼ਨ ਡਿਫਾਈਨਮੈਂਟ ਆ ਜਿਸ ਇੰਟਰਵਲ 'ਤੇ ਉਹਦੀ ਪਾਰਟੀਸ਼ਨ ਕੀਤੀ ਆ, ਉਸ ਪਾਰਟੀਸ਼ਨ ਦੇ ਵਿੱਚ ਜਿਹੜੇ ਪੁਆਇੰਟਸ ਨੇ ਉਹਨਾਂ 'ਤੇ F ਫੰਕਸ਼ਨ ਫਾਈਂਡ ਆਊਟ ਕੀਤਾ। ਫਿਰ ਅੱਗੇ ਅਸੀਂ ਉਹਨੂੰ ਸੋਲਵ ਕਰਕੇ ਜਿਹੜਾ ਉਹਨਾਂ ਦਾ ਸਮ ਆਇਆ ਉਹ ਲੈਸ ਦੈਨ ਕੀ ਹੋਣਾ ਚਾਹੀਦਾ, M ਹੋਣਾ ਚਾਹੀਦਾ। ਆਈ ਹੋਪ ਕਲੀਅਰ ਹੋਇਆ ਹੋਏਗਾ। ਥੈਂਕ ਯੂ ਫॉर ਵਾचिंग।